ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ YouTube ਚੈਨਲ ਅਕਾਲ ਆਡੀਓ ਬੁੱਕਸ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ। ਅੱਜ ਕਰਾਂਗੇ 10ਵੇਂ ਅਧਿਆਇ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਸਿੱਖ ਤੇ ਸਿੰਘ। ਲੇਖਕ ਨੇ ਪਿਛਲੇ ਅਧਿਆਇ ਸਿੱਖ ਧਰਮ ਦੇ ਵਿੱਚ ਦਸਮ ਗ੍ਰੰਥ ਦਾ ਸਥਾਨ ਵਿੱਚ ਦੱਸਿਆ ਕਿ ਦਸਮ ਗ੍ਰੰਥ ਪ੍ਰਤੀ ਜੋ ਸਿੱਖਾਂ ਦੇ ਵਿੱਚ ਕਿੰਤੂ ਪਰੰਤੂ ਬਰਕਰਾਰ ਹੈ, ਉਸ ਕਿੰਤੂ ਪਰੰਤੂ ਦੇ ਕਾਰਨਾਂ ਦੀ ਪੜਚੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਦਸਮ ਗ੍ਰੰਥ ਨੂੰ ਵੱਖ-ਵੱਖ ਭਾਗਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਸ਼ੁਰੂਆਤ ਕਰਦੇ ਹਾਂ 10ਵਾਂ ਅਧਿਆਇ ਸਿੱਖ ਤੇ ਸਿੰਘ। ਗੁਰੂ ਗ੍ਰੰਥ ਸਾਹਿਬ, ਜੋ ਕਿ ਸਿੱਖ ਧਰਮ ਦੇ ਮੂਲ ਵਿਚਾਰਾਂ ਦਾ ਸੋਮਾ ਹੈ, ਵਿੱਚ ਕਿਸੇ ਥਾਂ ਸਿੱਖ ਸ਼ਬਦ ਪਦ ਦਾ ਕੋਸ਼ਾਰਥ ਨਹੀਂ ਦਿੱਤਾ ਹੋਇਆ। ਹਾਂ, ਗੁਰਸਿੱਖ ਤੇ ਸਿੱਖੀ ਦੇ ਲੱਛਣ ਬਹੁਤ ਥਾਈਂ ਵਿਸਥਾਰੇ ਹੋਏ ਹਨ, ਜਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੂ ਭਲਕੇ ਉਠ ਹਰ ਨਾਮ ਧਿਆਏ, ਜਨ ਨਾਨਕ ਤੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਵਾਰ ਕਿਉੜੀ ਮਹੱਲਾ ਚੌਥਾ, ਪੰਨਾ 305-6। ਵਿਣ ਸਤਿਗੁਰ ਕੇ ਹੁਕਮੈ ਜੀ, ਗੁਰਸਿੱਖਾਂ ਪਾਸੋਂ ਕੰਮ ਕਰਾਇਆ, ਲੇੜੈ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ। ਵਾਰ ਕਿਉੜੀ ਮਹੱਲਾ ਚੌਥਾ, ਪੰਨਾ 317। ਤਿਸ ਗੁਰਸਿੱਖ ਕੋ ਹੋਂ ਸਦਾ ਨਮਸਕਾਰੀ, ਜੋ ਗੁਰ ਕੇ ਪਾਣੇ ਗੁਰਸਿੱਖ ਚੱਲਿਆ। ਸੋਰਠ ਮਹੱਲਾ ਤੀਜਾ, ਪੰਨਾ 593। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਵਾਰ ਵਡਾਂਸ ਮਹੱਲਾ ਚੌਥਾ, ਪੰਨਾ 601। ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ, ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ। ਅਤੇ ਆਦਿ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਉਹਨਾਂ ਤੋਂ ਸੂਚਿਤ ਹੁੰਦਾ ਹੈ ਕਿ ਸਿੱਖ ਸ਼ਬਦ ਇਉਂ ਵਰਤਿਆ ਗਿਆ ਹੈ ਜਿਵੇਂ ਕਿ ਇਹ ਸ਼ਬਦ ਸਾਡੀ ਭਾਸ਼ਾ ਦਾ ਕੋਈ ਬੜਾ ਪ੍ਰਮਾਣਿਕ, ਪ੍ਰਾਚੀਨ ਤੇ ਢੁਕਵਾਂ ਸ਼ਬਦ ਹੈ, ਜਿਸ ਦੇ ਕੋਸ਼ਾਰਥ ਅਤੇ ਭਾਵਾਰਥ ਸਰਵ ਵਿਗਿਆਨੀ ਤੇ ਮੰਨੇ ਪਰਮੰਨੇ ਹਨ, ਜਿਨ੍ਹਾਂ ਦੀ ਕਿ ਵਿਆਖਿਆ ਵਿਸ਼ਲੇਸ਼ਣ ਦੀ ਲੋੜ ਨਹੀਂ। ਹਾਂ, ਗੁਰਸਿੱਖ ਸ਼ਬਦ ਦੀ ਵਿਆਖਿਆ ਵਿਸਥਾਰ ਦੀ ਲੋੜ ਗੁਰੂ ਸਾਹਿਬਾਨ ਨੇ ਮੰਨੀ ਹੈ ਅਤੇ ਇਸ ਕਾਰਨ ਗੁਰਸਿੱਖ ਸ਼ਬਦ ਦੀ ਪਦਵੀ ਦਾ ਵਿਸਥਾਰ ਵਿਸ਼ਲੇਸ਼ਣ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਆਇਆ ਹੈ। ਇਹੋ ਕਾਰਨ ਹੈ ਕਿ ਸਿੱਖ ਲਿਖਾਰੀਆਂ ਤੇ ਵਿਦਵਾਨਾਂ ਨੇ ਸਿੱਖ ਸ਼ਬਦ ਦਾ ਕੋਸ਼ਾਰਥ ਲੱਭਣ ਤੇ ਵਿਆਖਣ ਦੇ ਯਤਨ ਕੀਤੇ ਹਨ। ਮਹਾਨ ਤੇ ਅਨੁਭਵੀ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਜੀ, ਜੋ ਕਿ ਗੁਰਪੁਰੀ ਸਿਧਾਰ ਚੁੱਕੇ ਹਨ, ਅਤੇ ਉਹਨਾਂ ਦੇ ਸਮਕਾਲੀ ਤੇ ਸਹਿਕਾਰੀ ਡਾਕਟਰ ਗੰਡਾ ਸਿੰਘ ਜੀ, ਜੋ ਕਿ ਸਾਡੇ ਚੰਗੇ ਭਾਗਾਂ ਕਾਰਨ ਅੱਜ ਸਾਡੇ ਦਰਮਿਆਨ ਹਨ, ਅਤੇ ਜਿਨ੍ਹਾਂ ਵਰਗੇ ਖੋਜੀ ਵਿਦਵਾਨ ਤੇ ਤਵਾਰੀਖ ਦੇ ਆਚਾਰਿਆ ਉਤੇ ਕੋਈ ਦੇਸ਼ ਅਤੇ ਜਾਤੀ ਵੀ ਮਾਣ ਕਰ ਸਕਦੀ ਹੈ, ਨੇ ਆਪਣੀ ਪ੍ਰਸਿੱਧ ਅੰਗਰੇਜ਼ੀ ਦੀ ਪੁਸਤਕ ਏ ਸ਼ਾਰਟ ਹਿਸਟਰੀ ਆਫ ਸਿੱਖਸ ਵਿੱਚ ਸਿੱਖ ਸ਼ਬਦ ਬਾਰੇ ਇਉਂ ਕਿਹਾ ਹੈ। ਗੁਰੂ ਨਾਨਕ ਨੇ ਆਪਣੇ ਆਪ ਨੂੰ ਸਧਾਰਨ ਗੁਰੂ ਵਿਸ਼ੇਸ਼ਣ ਨਾਲ ਹੀ ਪ੍ਰਬੋਧਨ ਕੀਤਾ ਹੈ ਅਤੇ ਆਪਣੇ ਪੈਰੋਕਾਰਾਂ ਨੂੰ ਸਾਦੇ ਸ਼ਬਦ ਸਿੱਖ ਨਾਲ। ਸਿੱਖ ਸੰਸਕ੍ਰਿਤ ਸ਼ਿਸ਼ਯ ਦੇ ਅਰਥ ਹਨ ਚੇਲਾ। ਇਸ ਬਹਿਸ ਨੂੰ ਕਿਸੇ ਹੋਰ ਸਮੇਂ ਲਈ ਮੁਲਤਵੀ ਕਰਕੇ ਕਿ ਗੁਰੂ ਵਿਸ਼ਲੇਸ਼ਣ ਸਾਡੇ ਦੇਸ਼ ਦੀ ਸ਼ਬਦਾਵਲੀ ਤਥਾ ਦਾਰਸ਼ਨਿਕ ਵਿਚਾਰਾਂ ਦਾ ਸਧਾਰਨ ਵਿਸ਼ੇਸ਼ਣ ਹੈ ਜਾਂ ਕੁਝ ਹੋਰ, ਇੱਥੇ ਅਸੀਂ ਕੇਵਲ ਇਤਨੀ ਵਿਚਾਰ ਹੀ ਕਰਾਂਗੇ ਕਿ ਸਿੱਖ ਸ਼ਬਦ ਸੰਸਕ੍ਰਿਤੀ ਸ਼ਬਦ ਸ਼ਿਸ਼ਯ ਦਾ ਹੀ ਅਪਰਸ਼ ਰੂਪ ਹੈ ਜਾਂ ਕਿ ਕਿਸੇ ਪ੍ਰਾਚੀਨ ਸੰਸਕ੍ਰਿਤ ਦੇ ਸੋਮੇ ਪ੍ਰਾਕਿਰਤ ਦਾ ਸ਼ਬਦ ਹੈ, ਅਤੇ ਜੇ ਇਹ ਸਿੱਖ ਸ਼ਬਦ ਆਪਣੇ ਮੂਲ ਰੂਪ ਵਿੱਚ ਸੰਸਕ੍ਰਿਤ ਦਾ ਸ਼ਿਸ਼ਯ ਸ਼ਬਦ ਨਹੀਂ ਤਾਂ ਇਸਦੇ ਕੋਸ਼ਾਰਥ ਤੇ ਭਾਵਾਰਥ ਕੀ ਹਨ। ਇਉਂ ਵਿਚਾਰ ਕੇ ਫਿਰ ਇਸੇ ਪ੍ਰਕਾਰ ਦਾ ਵਿਸ਼ਲੇਸ਼ਣ ਸਿੰਘ ਸ਼ਬਦ ਦਾ ਕਰਨ ਦਾ ਯਤਨ ਕਰਾਂਗੇ। ਜਿਵੇਂ ਕਿ ਉੱਤੇ ਇਸ਼ਾਰਾ ਕਰ ਚੁੱਕੇ ਹਾਂ, ਕਿਸੇ ਹੋਰ ਸਮੇਂ ਇਹ ਸਿੱਧ ਕਰਨ ਦਾ ਯਤਨ ਕੀਤਾ ਜਾਵੇਗਾ ਕਿ ਗੁਰ ਸ਼ਬਦ ਹਿੰਦੂ ਮਤ ਅਤੇ ਆਰੀਆ ਦਰਸ਼ਨ ਫਿਲਾਸਫੀ ਦਾ ਇੱਕ ਬੜਾ ਭਾਰੀ ਗੌਰਵਮਈ ਰਹੱਸੇ ਪੂਰਤ ਅਤੇ ਗੰਭੀਰ ਸ਼ਬਦ ਹੈ, ਅਤੇ ਸੰਸਾਰ ਭਰ ਦੇ ਧਰਮ ਦਰਸ਼ਨਾਂ ਦੇ ਕੋਸ਼ਾਂ ਵਿੱਚ ਇਸ ਨਾਲੋਂ ਵਧੇਰੇ ਗੋਹ ਅਤੇ ਭਾਵਪੂਰਤ ਸ਼ਬਦ ਲੱਭਣਾ ਕਠਿਨ ਹੈ। ਮਹਾਨ ਬੋਧ ਮਹਾਯਾਨ ਦਰਸ਼ਨ ਵਿੱਚ ਧਰਮ ਕਾਇਆ ਨਿਰਮਾਣ
ਕਾਇਆ ਦਾ ਜੋ ਭਾਵ-ਅਰਥ ਤੇ ਰਹੱਸ ਹੈ, ਉਹ ਸਿੱਖ ਦਰਸ਼ਨ ਵਿੱਚ ਗੁਰੂ ਸ਼ਬਦ ਹੈ। ਪੌਰਾਣਿਕ ਹਿੰਦੂ ਸਨਾਤਨ ਦਰਸ਼ਨ ਦੇ ਵਿੱਚ ਆਦਿ ਕਸ਼ੀਰ ਸਾਗਰ, ਜਿਸ ਵਿੱਚੋਂ ਸਰਵ ਸ੍ਰਿਸ਼ਟੀ ਦੀ ਉਤਪਤੀ ਅਨੁਮਾਨੀ ਗਈ ਹੈ, ਇਹ ਭਾਵ-ਅਰਥ ਵੀ ਗੁਰੂ ਸ਼ਬਦ ਵਿੱਚ ਹੀ ਸੀਮਿਤ ਹੈ। ਆਦਿ ਪ੍ਰਾਣ ਕੋਸ਼ੀ, ਜੋ ਸਰਵ ਜੀਵਾਤਮਾ ਦਾ ਮਾਤ ਗਰਭ ਹੈ ਅਤੇ ਫਿਰ ਸਰਵ ਸ੍ਰਿਸ਼ਟੀ ਦਾ ਪ੍ਰਾਣਦਾ ਹੈ, ਅਤੇ ਜਿਸ ਨੂੰ ਆਧੁਨਿਕ ਪੱਛਮੀ ਫਿਲਾਸਫਰ ਜਿਹਾ ਕਿ ਬਰਗਸਾ ਇਲਾਨ ਵਾਈਟਲ ਦਾ ਨਾਮ ਦਿੰਦੇ ਹਨ। ਸਿੱਖ ਦਰਸ਼ਨ ਅਨੁਸਾਰ ਇਹ ਧਾਤੂ ਭੂਤ ਵੀ ਗੁਰੂ ਵਿੱਚ ਹੀ ਸਥਿਤ ਹੈ। ਸੋ ਜਿਸ ਸਮੇਂ ਗੁਰੂ ਨਾਨਕ ਨੇ ਗੁਰੂ ਪਦ ਅਖਤਿਆਰ ਕੀਤਾ ਤਾਂ ਇੱਕ ਐਸਾ ਦਾਵਾ ਕੀਤਾ ਜੋ ਕਿ ਕਿਵੇਂ ਵੀ ਸਧਾਰਨ ਨਹੀਂ ਕਿਹਾ ਜਾ ਸਕਦਾ, ਕਿਉਂ ਜੋ ਗੁਰੂ ਜਿੰਦਹੀਣ ਲੋਕਾਤ ਵਿਦਿਆ ਪ੍ਰਦਾਨਤਾ ਨਹੀਂ ਹੈ, ਸਗੋਂ ਨਵਾਂ ਜੀਵਨ ਦੇਣਾ ਤੇ ਮੁਰਦਿਆਂ ਨੂੰ ਆਤਮ ਪੱਧਰ ਉੱਤੇ ਪੁਨਰ ਜੀਵਿਤ ਕਰਨਾ ਗੁਰੂ ਦਾ ਮੁੱਖ ਧਰਮ ਹੈ। ਜਿਨ੍ਹਾਂ ਮੁਰਦਾ ਰੂਹਾਂ ਨੂੰ ਨਵਾਂ ਜੀਵਨ ਬਖਸ਼ ਕੇ ਗੁਰੂ ਪੁਨਰ ਜੀਵਿਤ ਕਰਦਾ ਹੈ, ਉਹ ਕੀ ਇਸ ਭਾਵ ਵਿੱਚ ਸ਼ਿਸ਼ਯ ਨਹੀਂ ਹਨ? ਜਿਸ ਭਾਵ ਵਿੱਚ ਕਿ ਲੋਕਾਤ ਵਿਦਿਆ ਪੜਾਉਣ ਵਾਲੇ ਗੁਰੂ ਦੇ ਚੇਲੇ ਹੁੰਦੇ ਹਨ। ਸਿੱਖ ਇਸ ਕਰਕੇ ਸਿੱਖ ਨਹੀਂ ਹਨ ਕਿ ਉਹਨਾਂ ਨੇ ਕਿਸੇ ਗੁਰੂ ਕੋਲੋਂ ਸਿੱਖਿਆ ਲਈ ਹੈ। ਸਿੱਖ ਇਸ ਕਾਰਨ ਸਿੱਖ ਹਨ ਕਿ ਉਹ ਗੁਰੂ ਅਕਾਲ ਪੁਰਖ ਦੀ ਅੰਮ੍ਰਿਤ ਰੂਹਾਨੀ ਛੂਹ ਨਾਲ ਆਪ ਸੰਸਾਰ ਦੀ ਪੱਧਰ ਨਾਲੋਂ ਉਚੇਰੇ ਜੀਵਨ ਵਿੱਚ ਪ੍ਰਵੇਸ਼ ਕਰਨ ਕਰਕੇ ਬਾਕੀ ਸੰਸਾਰ ਨਾਲੋਂ ਵੱਖਰੇ ਹੋ ਚੁੱਕੇ ਹਨ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਿਸ਼ਯ ਸ਼ਬਦ ਦਾ ਅਪਭ੍ਰੰਸ਼ ਨਹੀਂ ਹੈ, ਇਹ ਸਿੱਧ ਕੀਤਾ ਜਾ ਸਕਦਾ ਹੈ। ਗਿਅਰਸਨ ਆਦਿ ਭਾਸ਼ਾ ਵਿਗਿਆਨੀ ਇਹ ਮੰਨਦੇ ਹਨ ਅਤੇ ਇਹਨਾਂ ਦੇ ਇਸ ਮਤ ਦੀ ਕਾਟ ਨਹੀਂ ਕੀਤੀ ਗਈ ਕਿ ਭਾਰਤੀ ਪ੍ਰਾਕਿਰਤ ਦੇ ਦੋ ਰੂਪ ਹਨ, ਇੱਕ ਪ੍ਰਾਚੀਨ ਤੇ ਇੱਕ ਪ੍ਰਾਚੀਨ। ਪ੍ਰਾਚੀਨ ਪ੍ਰਾਕਿਰਤ ਦਾ ਉਹ ਰੂਪ ਹੈ ਜਿਸ ਵਿੱਚੋਂ ਕਿ ਰਿਗਵੈਦਿਕ ਸੰਸਕ੍ਰਿਤ ਅਤੇ ਪਾਲੀ ਭਾਸ਼ਾ ਦਾ ਵਿਕਾਸ ਹੋਇਆ, ਅਤੇ ਪ੍ਰਾਚੀਨ ਪ੍ਰਾਕਿਰਤ ਉਹ ਹੈ ਜਿਸ ਵਿੱਚੋਂ ਸੋਧ ਮਾਂਝ ਕੇ ਪਾਣਨੀ ਜਾਂ ਉਸਦੇ ਪੂਰਵਜਾਂ ਨੇ ਨਕਲੀ ਅਤੇ ਟਕਸਾਲੀ ਸੰਸਕ੍ਰਿਤੀ ਬਣਾਈ। ਜਿਸ ਸੰਸਕ੍ਰਿਤ ਦੀ ਠੁੱਕ ਵਿਆਕਰਣ ਅਸ਼ਟਾਧਾਈ ਵਿੱਚ 2000 ਵਰ੍ਹਿਆਂ ਤੋਂ ਉਲੀਕੀ ਹੋਈ ਹੈ, ਪ੍ਰਾਚੀਨ ਪ੍ਰਾਕਿਰਤ ਨਿਰਸੰਦੇਹ ਸੰਸਕ੍ਰਿਤ ਨਾਲੋਂ ਪੁਰਾਤਨ ਅਤੇ ਵੈਦਿਕ ਸੰਸਕ੍ਰਿਤ ਅਤੇ ਪਾਲੀ ਦਾ ਮਾਤਗਰਭ ਹੈ। ਅਸ਼ਟਾਧਾਈ ਵਿੱਚ ਉਲੀਕੀ ਹੋਈ ਸੰਸਕ੍ਰਿਤ ਦਾ ਸੋਮਾ ਇਹ ਵੈਦਿਕ ਭਾਸ਼ਾ ਅਤੇ ਪਾਲੀ ਹੀ ਹਨ, ਜੋ ਕਿ ਪਹਿਲਾ ਸੰਸਕ੍ਰਿਤ ਨਾਲੋਂ ਬਹੁਤ ਪੁਰਾਣੀਆਂ ਹਨ, ਅਤੇ ਦੂਸਰਾ ਇਹ ਲੋਕਾਂ ਦੀ ਸੱਚੀ ਮੁੱਚੀ ਬੋਲਚਾਲ ਦੀਆਂ ਬੋਲੀਆਂ ਹਨ, ਤੇ ਸੰਸਕ੍ਰਿਤ ਇੱਕ ਨਕਲੀ ਹਸਕ੍ਰਿਤ ਪਾਂਡਿਆਂ ਦੀ ਬੋਲੀ ਹੈ। ਇਹੋ ਵਿਚਾਰਿਆ ਸਪਸ਼ਟ ਹੋਇਆ ਕਿ ਅਸਲੀ ਪੁਰਾਤਨ ਤੇ ਭਾਵਅਰਥ ਪੂਰਤ ਸ਼ਬਦ ਤਾਂ ਵੈਦਿਕ ਭਾਸ਼ਾ ਦੇ ਹੀ ਹਨ, ਅਤੇ ਉਹਨਾਂ ਦਾ ਸੰਸਕ੍ਰਿਤ ਰੂਪ ਮਸਨੂਈ ਅਤੇ ਪਾਂਡਿਆ ਯਾਸ੍ਰਿਤ ਹੈ। ਜੇ ਕੋਈ ਅਜਿਹਾ ਸ਼ਬਦ ਹੋਵੇ ਜੋ ਕਿ ਵੈਦਿਕ ਤਥਾ ਪਾਲੀ ਭਾਸ਼ਾ ਵਿੱਚ ਅਜੋਕੇ ਪ੍ਰਚਲਿਤ ਰੂਪ ਵਿੱਚ ਮੌਜੂਦ ਹੈ, ਤਾਂ ਉਸਦੇ ਕੋਸ਼ਾਰਥ ਤੇ ਭਾਵਾਰਥ ਜਾਣਨ ਲਈ ਸੰਸਕ੍ਰਿਤ ਦੇ ਕਿਸੇ ਨੇੜੇ ਢੁਕਵੇਂ ਸ਼ਬਦ ਦਾ ਆਸਰਾ ਲੈਣਾ ਤੇ ਕਹਿਣਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਦੇ ਅਮੱਕੇ ਸ਼ਬਦਾਂ ਵਿੱਚੋਂ ਨਿਕਲਿਆ ਹੈ, ਅਤੇ ਇਸ ਲਈ ਇਸਦੇ ਕੋਸ਼ਾਰਥ ਤਥਾ ਭਾਵਾਰਥ ਉਹ ਹਨ ਜੋ ਸੰਸਕ੍ਰਿਤ ਦੇ ਉਸਦੇ ਮਿਲਦੇ ਜੁਲਦੇ ਸ਼ਬਦ ਦੇ ਹਨ। ਪੁੱਤ ਤੋਂ ਪਿਤਾ ਦਾ ਜਨਮ ਸਿੱਧ ਕਰਨ ਵਾਲੀ ਗੱਲ ਹੈ ਅਤੇ ਅਨੁਚਿਤ ਤੇ ਅਵਿਗਿਆਨਿਕ ਹੈ। ਪਾਲੀ ਦੇ ਪ੍ਰਸਿੱਧ ਧਰਮ ਗ੍ਰੰਥ ਧੰਮਪਦ ਵਿੱਚ ਸਿੱਖ ਸ਼ਬਦ ਆਇਆ ਹੈ, ਅਤੇ ਸਾਡੇ ਚੰਗੇ ਭਾਗਾਂ ਨੂੰ ਇਸ ਸ਼ਬਦ ਦੀ ਵਿਆਖਿਆ ਵੀ ਕੀਤੀ ਹੋਈ ਹੈ। ਜੀਵਨ ਦੌੜ ਦਾ ਵਿਜਈ ਕੌਣ ਹੈ? ਇਹ ਜੀਵਨ ਕਿਹੜਾ ਹੈ? ਮ੍ਰਿਤਿਉ ਸੰਤਾਪ ਦੇ ਦੁੱਖਾਂ ਨਾਲ ਭਰਿਆ ਪਿਆ ਹੈ। ਧਰਮਪਦ ਉੱਚ ਪਦਵੀ ਦੀ ਪ੍ਰਾਪਤੀ ਕੌਣ ਕਰੇਗਾ ਅਤੇ ਇਉਂ ਭਰਪੂਰ ਤੇ ਸਫਲ ਜੀਵਨ ਦਾ ਸੁੰਦਰ ਸੁਗੰਧਿਤ ਫਲ ਕੌਣ ਪ੍ਰਾਪਤ ਕਰੇਗਾ? ਇਹ ਸਿਧਾਂਤ ਕਾਵਿ ਪੂਰਤ ਪ੍ਰਸ਼ਨ ਕਰਕੇ ਫਿਰ ਇਸ ਦਾ ਉੱਤਰ ਧੰਮਪਦ ਦੇ ਵਿੱਚ ਇਉਂ ਦਿੱਤਾ ਗਿਆ ਹੈ। ਭਾਵ-ਅਰਥ ਇਹ ਹੈ ਕਿ ਜੀਵਨ ਦੌੜ ਦਾ ਵਿਜੇਤਾ ਸਿੱਖ ਹੀ ਹੈ, ਅਤੇ ਸਿੱਖ ਉਹ ਹੈ ਜੋ ਜੀਵਨ ਤੱਤਵ ਨੂੰ ਪ੍ਰਾਪਤ ਕਰਨ ਵਾਲਾ ਅਤੇ ਪਦਮ ਪਦ ਰੂਪੀ ਪੁਸ਼ਪ ਦਾ ਅਧਿਕਾਰੀ ਹੈ। ਬੁੱਧ ਦਰਸ਼ਨ ਵਿੱਚ ਧਰਮ ਸਤਿਆ ਦੇ ਅਰਥਾਂ ਦੇ ਵਿੱਚ ਹੀ ਵਰਤਿਆ ਗਿਆ ਹੈ। ਸਰਭਾਸ ਹੈ ਸਰਵਾਤਾਰ ਸਤਿਆ, ਜਿਸ ਭਾਵ ਵਿੱਚ ਕਿ ਗੁਰਵਾਕ ਹੈ, ਆਪ ਸਤ ਕੀਆ ਸਭ ਸਤ। ਇਹੋ ਅਕਾਲ ਅਬਿਨਾਸੀ ਸਤ ਹੈ ਜਿਸ ਵਿੱਚ ਕਿ ਗੌਤਮ ਬੁੱਧ ਨੇ ਆਪਣੇ ਆਪ ਨੂੰ ਅਭੇਦ ਮੰਨਿਆ।
ਜੋ ਮੇਰੇ ਦਰਸ਼ਨ ਕਰਦਾ ਹੈ ਉਹ ਧਰਮ ਦੇ ਦਰਸ਼ਨ ਕਰਦਾ ਹੈ, ਅਤੇ ਜੋ ਧਰਮ ਰਤ ਹੈ ਉਹ ਮਮ ਰਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੋ ਸਿਧਾਂਤ ਸਵੀਕਾਰਿਤ ਹੈ। ਜਿਹੜਾ ਪੁਰਸ਼ ਇਸ ਸੱਤ ਧਰਮ ਦੀ ਪ੍ਰਾਪਤੀ ਜੀਵਨ ਦਾ ਮੁੱਖ ਉਦੇਸ਼ ਮੰਨਦਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਸਦਾ ਤਤਪਰ ਹੈ, ਉਹ ਸਿੱਖ ਹੈ। ਸਿੱਖ ਉਹ ਹੈ ਜੋ ਉਸ ਸੱਤੇ ਪਦ ਦੀ ਪ੍ਰਾਪਤੀ ਲਈ ਜਿਸ ਪਦ ਦਾ ਉਪਦੇਸ਼ ਕੇ ਗੁਰੂ ਸਾਹਿਬਾਨਾਂ ਨੇ ਦਿੱਤਾ ਹੈ, ਸਦਾ ਤਤਪਰ ਹੈ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾ ਲਹਿਦਾ ਭਾਲਕ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਪੰਨਾ 73। ਸਿੱਖ ਸ਼ਬਦ ਦੇ ਮੁੱਢਲੇ ਅਮਲੀ ਤੇ ਪ੍ਰਮਾਣਿਕ ਕੋਸ਼ਾਰਥ ਤੇ ਭਾਵਅਰਥ ਇਹੋ ਹਨ, ਅਤੇ ਸਿੱਖ ਮਤ ਵਿੱਚ ਇਹ ਸ਼ਬਦ ਇਹਨਾਂ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਹੈ। ਪ੍ਰਚਲਿਤ ਪ੍ਰਵਾਨ ਹੈ। ਸਿੱਖ ਉਹ ਪੁਰਸ਼ ਹੈ ਜੋ ਸੱਤ ਦੀ ਪ੍ਰਾਪਤੀ ਲਈ ਸਦਾ ਤਤਪਰ ਹੈ ਅਤੇ ਜਿਸ ਦਾ ਨਿਤਾ ਪ੍ਰਤੀ ਜੀਵਨ ਤੇ ਕਾਰ ਵਿਹਾਰ ਸੱਤ ਉੱਤੇ ਹੀ ਨਿਰਭਰ ਹੈ, ਅਤੇ ਜੋ ਅਸੱਤ ਆਸ਼ਰਿਤ ਵਸਤੂਆਂ ਨੂੰ ਕਦੇ ਅਤੇ ਕਿਵੇਂ ਵੀ ਸਵੀਕਾਰ ਕਬੂਲ ਨਹੀਂ ਕਰਦਾ। ਉਹ ਪ੍ਰਾਣੀ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਗ੍ਰਹਿਣ ਅਤੇ ਧਾਰਨ ਕੀਤੇ ਹਨ, ਉਹ ਸੱਤੇ ਸਿੱਧ ਹੀ ਇਹਨਾਂ ਅਰਥਾਂ ਵਿੱਚ ਸਿੱਖ ਹਨ। ਸਿੱਖ ਇਉਂ ਨਹੀਂ ਕਿ ਉਹਨਾਂ ਨੇ ਗੁਰੂ ਧਾਰਨ ਕੀਤਾ ਹੈ, ਸਗੋਂ ਸਿੱਖ ਇਉਂ ਕਿ ਉਹ ਸੱਤ ਨੂੰ ਤੇ ਸੱਤਿਆਚਾਰ ਨੂੰ ਸਰਵ ਸ੍ਰੇਸ਼ਟ ਮੰਨਦੇ ਹਨ। ਜਿਹਾ ਕਿ ਗੁਰਵਾਕ ਹੈ, ਸੱਚਿਆਂ ਉੱਚੇ ਸਭ ਕੋ ਉਪਰ ਸੱਚ ਆਚਾਰ। ਸ੍ਰੀ ਰਾਗ ਮਹੱਲਾ ਪਹਿਲਾ, ਪੰਨਾ 62। ਇਸ ਕਾਰਨ ਗੁਰੂ ਸਾਹਿਬਾਨ ਦੇ ਪੈਰੋਕਾਰ ਸਿੱਖ ਕਹੀਦੇ ਹਨ। ਇਸ ਕਾਰਨ ਨਹੀਂ ਕਿ ਸਿੱਖ ਸ਼ਬਦ ਦਾ ਸ਼ੀਸ਼ੇ ਵਿੱਚੋਂ ਨਿਕਾਸ ਹੋਇਆ ਹੈ ਅਤੇ ਸ਼ੀਸ਼ੇ ਦੇ ਅਰਥ ਚੇਲਾ ਹਨ। ਅਤੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਖਾਲਸਾ ਸਾਜਿਆ ਤਾਂ ਸਿੱਖਾਂ ਨੂੰ ਸਿੰਘ ਉਪਾਧੀ ਕਿਉਂ ਪ੍ਰਦਾਨ ਕੀਤੀ? ਇਹ ਸ਼ਾਰਟ ਹਿਸਟਰੀ ਆਫ ਸਿੱਖਸ ਦੇ ਵਿਦਵਾਨ ਲਿਖਾਰੀ ਕਹਿੰਦੇ ਹਨ, ਖਾਲਸਾ ਵਿੱਚ ਪ੍ਰਵੇਸ਼ਿਤ ਸਿੱਖਾਂ ਨੂੰ ਇੱਕ ਸਾਂਝਾ ਨਾਂ ਦੇ ਦਿੱਤਾ ਗਿਆ ਹੈ, ਸਿੰਘ, ਜਿਸ ਦੇ ਕੇ ਅਰਥ ਹਨ ਸ਼ੇਰ। ਅੱਗੇ ਤੋਂ ਬਹਾਦਰੀ ਵੀ ਉਹਨਾਂ ਦੇ ਮਤ ਦਾ ਇੱਕ ਅੰਗ ਬਣ ਗਿਆ ਹੈ, ਜਿਵੇਂ ਕਿ ਪਵਿੱਤਰਤਾ ਪਹਿਲਾਂ ਸੀ। ਇਸ ਦਾ ਭਾਵ ਇਹੋ ਹੈ ਕਿ ਸੰਨ 1699 ਤੋਂ ਪਛਾਤ ਸੂਰਬੀਰਤਾ ਸਿੱਖ ਧਰਮ ਦਾ ਇੱਕ ਅੰਗ ਮਿਥਿਆ ਗਿਆ, ਅਤੇ ਇਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਣ ਪਿੱਛੋਂ ਸਿੰਘ ਲਕਬ ਧਾਰਨ ਕਰਨ ਦਾ ਹੁਕਮ ਦਿੱਤਾ। 19ਵੀਂ ਸਦੀ ਦੇ ਉੱਤਰਾਰਧ ਦਾ ਇੱਕ ਸਿੱਖ ਲਿਖਾਰੀ ਭੂਪ ਸਿੰਘ ਨਿਰਮਾਲਾ ਕਹਿੰਦਾ ਹੈ ਕਿ ਸਿੰਘ ਉਪਾਧੀ ਸਿੱਖਾਂ ਨੂੰ ਇਸ ਕਰਕੇ ਬਖਸ਼ੀ ਗਈ ਕਿਉਂ ਜੋ ਸਿੰਘ ਚੰਡੀਕਾ ਦੇਵੀ ਦਾ ਵਾਹਣ ਹੈ। ਚੰਡੀਕਾ ਦੇਵੀ ਮਿਥਿਹਾਸ ਦੇ ਵਿੱਚ ਸ਼ੇਰ ਦੀ ਸਵਾਰੀ ਹੀ ਦੁਰਗਾ ਅਥਵਾ ਚੰਡੀ ਕਰਦੀ ਹੈ। ਸਿੰਘ ਸ਼ਬਦ ਦੇ ਇਹ ਭਾਵਾਰਥ ਵੀ ਉਤਨੇ ਹੀ ਅਸ਼ੁੱਧ ਅਤੇ ਭੁਲੇਖਾ ਪਾਊ ਹਨ ਜਿਤਨੇ ਕਿ ਉਪਰੋਕਤ ਸਿੱਖ ਸ਼ਬਦ ਦੇ ਅਰਥ। ਸਿੰਘ ਸ਼ਬਦ ਆਪਣੇ ਅਧਿਆਤਮਕ ਭਾਵਾਰਥਾਂ ਦੇ ਵਿੱਚ ਇਤਨਾ ਹੀ ਪ੍ਰਾਚੀਨ ਹੈ ਜਿਤਨਾ ਕਿ ਆਰਿਆ ਹਿੰਦੂ ਸਭਿਅਤਾ ਅਤੇ ਪ੍ਰਾਚੀਨ ਪ੍ਰਾਕਿਰਤ ਭਿਖਿਓ ਗੌਤਮ ਬੁੱਧ ਨੇ ਬਚਨ ਕੀਤਾ। ਸ਼ੇਰ ਜੰਗਲ ਦਾ ਬਾਦਸ਼ਾਹ ਸਿਆਂ ਕਾਲ ਆਪਣੇ ਘੋਰਨੇ ਵਿੱਚੋਂ ਬਾਹਰ ਨਿਕਲਦਾ ਹੈ, ਫਿਰ ਉਹ 3 ਵਾਰ ਸਿੰਘ ਗਰਜਣਾ ਕਰਦਾ ਹੈ, ਫਿਰ ਸ਼ਿਕਾਰ ਕਰਨ ਲਈ ਚਾਲੇ ਪਾਉਂਦਾ ਹੈ। ਉਹ ਇਉਂ ਕਿਉਂ ਕਰਦਾ ਹੈ? ਇਸ ਕਾਰਨ ਕਿ ਮੈਂ ਕਿਤੇ ਕਿਸੇ ਛੋਟੇ ਅਬਲਾ ਜੀਵ ਜੰਤੂ ਦੀ ਹਿੰਸਾ ਨਾ ਕਰ ਬੈਠਾ ਜਿਹੜਾ ਕਿ ਭੁੱਲਾ ਚੁੱਕਾ ਬਾਹਰ ਰਹਿ ਗਿਆ ਹੋਵੇ। ਇਹ ਭੀਖੂਓ ਤਸ਼ਾਗਤ ਤਬਾਗਤੀ ਪੁਰਸ਼ਾਂ ਦਾ ਲਬਾਕ ਹੈ। ਇਹ ਸਿੰਘ ਸ਼ਬਦ ਸੱਤੇ ਪ੍ਰਾਣ ਤਥਾਗਤੀ ਪੁਰਸ਼ਾਂ ਦਾ ਲਖਾਕ ਹੈ ਅਤੇ ਪੂਰਨ ਪੁਰਸ਼ ਬੁੱਧ ਗਤੀ ਨੂੰ ਪ੍ਰਾਪਤ ਹੋਏ ਮਨੁੱਖ ਹੀ ਸਿੰਘ ਕਹਾਉਣ ਦੇ ਯੋਗ ਹਨ, ਕਿਉਂ ਜੋ ਅਜਿਹੇ ਪੂਰਨ ਪੁਰਸ਼ ਨਿਰਭੈ ਹੋ ਕੇ ਸੱਤੇ ਨੂੰ ਗ੍ਰਹਿਣ ਕਰਦੇ ਹਨ ਅਤੇ ਸੱਤੇ ਦਾ ਪ੍ਰਚਾਰ ਕਰਦੇ ਹਨ, ਅਤੇ ਇਹ ਉਹਨਾਂ ਦਾ ਸਿੰਘ ਨਾਦ ਹੈ। ਤਥਾਗਤੀ ਪੁਰਸ਼ ਕੀ ਹੈ, ਜਿਸ ਦੀ ਸੰਗਿਆ ਕੇ ਗੌਤਮ ਬੁੱਧ ਜੀ ਦੱਸਦੇ ਹਨ। ਸਾਡੇ ਦੇਸ਼ ਦੀ ਪਰੰਪਰਾ ਵਿੱਚ ਸਿੰਘ ਪ੍ਰਾਚੀਨ ਸਮਿਆਂ ਤੋਂ ਹੈ। ਵਛੇ ਗੋਤ ਨਾਮੀ ਭੀਖੂ ਗੌਤਮ ਬੁੱਧ ਨੂੰ ਪੁੱਛਦਾ ਹੈ ਕਿ ਤਥਾਗਤੀ ਸਿੰਘ ਪੁਰਸ਼ ਦੀ ਕੀ ਗਤੀ ਹੈ। ਗਤੀ ਉਸਦੀ ਕੋਈ ਨਹੀਂ, ਤਾਂ ਉਹ ਕਿਸੇ ਗਤੀ ਨੂੰ ਪ੍ਰਾਪਤ ਨਹੀਂ। ਅਪ੍ਰਾਪਤ ਵਿਸ਼ੇਸ਼ਣ ਵੀ ਉਸ ਨੂੰ ਲਾਗੂ ਨਹੀਂ। ਪ੍ਰਾਪਤ ਤੇ ਅਪ੍ਰਾਪਤ ਦੋਵੇਂ ਗਤੀਆਂ ਉਸ ਦੀਆਂ ਹਨ। ਪ੍ਰਾਪਤ ਤੇ ਅਪ੍ਰਾਪਤ ਦੋਵੇਂ ਲਾਗੂ ਨਹੀਂ, ਤਾਂ ਕਿ ਉਹ ਨਾ ਪ੍ਰਾਪਤ ਹੈ ਤੇ ਨਾ ਅਪ੍ਰਾਪਤ, ਨਾ ਪ੍ਰਾਪਤ ਤੇ ਨਾ ਅਪ੍ਰਾਪਤ ਦੋਵੇਂ ਲਾਗੂ ਨਹੀਂ। ਹੇ ਗੌਤਮ, ਇਹ ਗੱਲ ਮੇਰੀ ਸਮਝ ਤੋਂ ਪਰੇ ਦੀ ਹੈ।
ਮੈਂ ਇਹ ਸਮਝਣ ਤੋਂ ਅਸਮਰੱਥ ਹਾਂ। ਹੇ ਵਚ, ਤੇਰੀ ਅਸਮਰੱਥਾ ਕੁਦਰਤੀ ਹੈ, ਕਿਉਂ ਜੋ ਇਹ ਧਰਮ ਅਗਾਧ, ਅਪਰੰਪਰਾ, ਸਰਬੋਤਮ, ਅਗੋਚਰ, ਮਨ ਬੁੱਧੀ ਦੀ ਪਹੁੰਚ ਤੋਂ ਪਰੇ ਅਤੀ ਕਠਨ ਦੁਰਗ ਹੈ। ਤੇਰੇ ਲਈ ਜਿਸਦਾ ਕਿ ਮਤ ਹੋਰ ਹੈ, ਦਰਸ਼ਨ ਵੱਖਰਾ ਹੈ, ਪ੍ਰਚਾਰ ਅਲਹਿਦਾ ਹਨ ਤੇ ਸੰਪਰਦਾ ਆਚਾਰਿਆ ਵਿਤਰੋਕ ਹੈ, ਇਹ ਸਮਝਣਾ ਹੀ ਕਠਿਨ ਹੈ। ਇਸ ਲਈ ਹੁਣ ਮੈਂ ਪ੍ਰਸ਼ਨ ਕਰਦਾ ਹਾਂ ਤੇ ਤੂੰ ਉੱਤਰ ਦੇ। ਹਾਂ ਗੌਤਮ ਜੀ, ਪੁੱਛੋ। ਜੇ ਤੁਹਾਡੇ ਸਾਹਮਣੇ ਅੱਗ ਬਲਦੀ ਹੋਵੇ ਤਾਂ ਪਛਾਣ ਲਓਗੇ? ਹਾਂ ਜੀ। ਜੇ ਪੁੱਛਿਆ ਜਾਵੇ ਕਿ ਇਹ ਕਿਸ ਕਾਰਨ ਬਲਦੀ ਹੈ ਤਾਂ ਉੱਤਰ ਦੇ ਸਕੋਗੇ? ਮੈਂ ਕਹਾਂਗਾ ਕਿ ਘਾਹ ਅਤੇ ਲੱਕੜੀ ਦੇ ਕਾਰਨ ਚਲਦੀ ਹੈ। ਜੇ ਅੱਗ ਨੂੰ ਬੁਝਾ ਦਈਏ ਤਾਂ ਬੁਝ ਲਓਗੇ ਕਿ ਬੁਝ ਗਈ ਹੈ? ਹਾਂ। ਜੇ ਪੁੱਛੀਏ ਕਿ ਉਹ ਅਗਨੀ ਕਿੱਧਰ ਗਈ ਹੈ, ਕਿਸ ਗਤੀ ਨੂੰ ਪ੍ਰਾਪਤ ਹੋਈ ਹੈ, ਤਾਂ ਉੱਤਰ ਦੇ ਸਕੋਗੇ? ਇਹ ਪ੍ਰਸ਼ਨ ਉਚਿਤ ਨਹੀਂ, ਕਿਉਂ ਜੋ ਅਗਨੀ ਘਾਹ ਅਤੇ ਲੱਕੜੀ ਦੇ ਕਾਰਨ ਹੀ ਪ੍ਰਚਲਿਤ ਸੀ, ਤਾਂ ਜੋ ਜਿਸ ਸਮੇਂ ਕਾਰਨ ਨਾ ਰਿਹਾ ਤਾਂ ਕਾਰਜ ਦਾ ਆਪੇ ਅਭਾਵ ਹੋ ਗਿਆ। ਇਉਂ ਹੀ ਹੈ ਵਚ, ਸੰਸਾਰ ਦੇ ਸਾਰੇ ਰੂਪ, ਨਾਮ, ਵੇਦਨਾ, ਸੰਸਕਾਰ, ਵਿਜਨਾਨ ਤੇ ਸਮਝਣਾ ਪ੍ਰਾਤੀਏ ਸੰਮਤਪਾਦ ਹਨ, ਜਿਨ੍ਹਾਂ ਦੁਆਰਾ ਕਿ ਤਥਾਗਤੀ ਦਾ ਵਰਣਨ ਸੰਭਵ ਹੈ ਤੇ ਤਥਾਗਤੀ ਇਸ ਦੇ ਅਭਾਵ ਦਾ ਹੀ ਨਾਮ ਹੈ। ਤਥਾਗਤੀ ਤ੍ਰੈ ਗੁਣਤੀਤ, ਨਾਮ, ਰੂਪ, ਸਰੀਰ, ਸੰਸਕਾਰ ਤੋਂ ਪਰੇ ਦੀ ਪਦਵੀ ਹੈ। ਇਹ ਅਥਾਹ, ਅਗਾਧ, ਅਗੋਚਰ ਪਦਵੀ ਅਪਾਰ ਸਾਗਰ ਦੀ ਨਿਆਈ ਹੈ। ਸਿੰਘ ਉਹ ਪੁਰਸ਼ ਹੈ ਜੋ ਪਰਮ ਪਦਵੀ ਨੂੰ ਪ੍ਰਾਪਤ ਹੋ ਚੁੱਕਾ ਹੈ, ਜਿਸ ਨੇ ਆਪਣੀ ਹਿਉਮੇ ਦਾ ਸੰਪੂਰਨ ਵਿਨਾਸ਼ ਕੀਤਾ ਹੈ। ਇਸ ਕਾਰਨ ਉਸਦਾ ਕੋਈ ਵਿਸ਼ੇਸ਼ ਨਾਮ ਰੂਪ ਨਹੀਂ ਰਿਹਾ ਅਤੇ ਇਸ ਲਈ ਜਿਤਨਾ ਕਾਲ ਉਹ ਦੇਸ਼ ਕਾਲ ਦੀ ਸੀਮਾ ਵਿੱਚ ਪਰਵਰਤ ਨਿਸ਼ਕਾਮ ਕਾਰਜ ਕਰ ਰਿਹਾ ਹੈ, ਉਸ ਨੂੰ ਆਮ ਸੰਗਿਆ ਸਿੱਖ ਨਾਮ ਨਾਲ ਯਾਦ ਕਰਨਾ ਹੀ ਉਚਿਤ ਹੈ। ਜਿਸ ਵੇਲੇ ਸਿੱਖ ਇਸ ਉਪਰੋਕਤ ਗਤੀ ਨੂੰ ਪ੍ਰਾਪਤ ਹੁੰਦਾ ਹੈ ਤਾਂ ਉਸਦਾ ਆਪਣਾ ਨਾਮ ਰੂਪ ਕੋਈ ਨਹੀਂ ਰਹਿ ਜਾਂਦਾ ਅਤੇ ਉਸ ਨੂੰ ਸਿੰਘ, ਸਿੰਘਿਆ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਇਹੋ ਵਿਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਵਈਏ ਵਿੱਚ ਸਿੰਘ ਪਦ ਦੀ ਕੀਤੀ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੇਕ ਨ ਆਨੈ, ਪੂਰਨ ਪ੍ਰੇਮ ਪ੍ਰੀਤ ਸਜੈ, ਬਰਤ ਗੌਰ ਮੜੀ ਮਤ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹੀਂ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੀ ਨਾ ਖਾਲਸ ਜਾਣੈ। ਦਸਮ ਗ੍ਰੰਥ। ਮਹਾਨ ਸਿੱਖ ਵਿਦਵਾਨ ਡਾਕਟਰ ਮੋਹਨ ਸਿੰਘ ਦੱਸਦੇ ਹਨ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੁਸਤਕਾਲੇ ਵਿੱਚ ਇੱਕ ਪੰਜਾਬੀ ਹਸਤ ਲਿਖਤ ਭਗਵਦ ਗੀਤਾ ਹੈ, ਜਿਸ ਦੇ ਕਰਤਾ ਕਿ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਉਸ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਸਿੰਘ ਨਾਮ ਆਤਮਾ ਬ੍ਰਹਮ ਗਿਆਨ ਦਾ ਹੈ ਅਤੇ ਇਸ ਦੀ ਪੁਸ਼ਟੀ ਵਿੱਚ ਉਪਨਿਸ਼ਦਾਂ ਦੇ ਹਵਾਲੇ ਦਿੱਤੇ ਹਨ। ਇਹੋ ਗ੍ਰੰਥ ਤੇ ਭਾਵਾਰਥ ਸਿੰਘ ਸ਼ਬਦ ਦੇ ਹਨ, ਜਿਸ ਨਾਲ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਰ ਜੀਵੜੇ ਸਿੱਖਾਂ ਨੂੰ ਸੰਬੋਧਿਤ ਅਤੇ ਸੁਸ਼ੋਭਿਤ ਕੀਤਾ ਹੈ। ਸਰੀਰਿਕ ਬਹਾਦਰੀ ਦਾ ਸਾਕਤ ਮਤ ਤੇ ਸ਼ੇਰ ਵਾਹਨ ਨਾਲ ਸਿੰਘ ਪਦ ਜਾਂ ਸਿੰਘਾਂ ਦਾ ਕੋਈ ਸਬੰਧ ਸਿੱਧਾ ਜਾਂ ਅਸਿੱਧਾ ਨਹੀਂ ਹੈ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 10ਵਾਂ ਅਧਿਆਇ ਸਿੱਖ ਤੇ ਸਿੰਘ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ ਤੇ ਜਲਦੀ ਹੀ ਲੈ ਕੇ ਆਵਾਂਗੇ ਇसी ਕਿਤਾਬ ਦਾ ਅਗਲਾ ਅਧਿਆਇ, ਜਿਸ ਦਾ ਨਾਮ ਹੈ ਨਵਾਂ ਤਖਤ।